ਲੁਧਿਆਣਾ ਦੇ ਵਿੱਚ ਕੋਈ ਵਿਆਹ ਦੀ ਖੂਬ ਚਰਚਾ ਹੋ ਰਹੀ ਹੈ। ਚਰਚਾ ਇਸ ਗੱਲੋਂ ਹੋ ਰਹੀ ਹੈ ਕਿਉਂਕਿ ਨਾ ਤਾਂ ਇਸ ਵਿਆਹ ਦੇ ਉੱਤੇ ਲੱਖਾਂ ਰੁਪਏ ਖਰਚੇ ਗਏ, ਨਾ ਇਸ ਵਿੱਚ ਕੁੜੀ ਵੱਲੋਂ ਕੋਈ ਗਹਿਣੇ ਗੱਟੇ ਦੀ ਮੰਗ ਰੱਖੀ ਗਈ ਤੇ ਨਾ ਹੀ ਮੁੰਡੇ ਵਾਲਿਆਂ ਦੇ ਵੱਲੋਂ ਦਾਜ ਦੀ ਡਿਮਾਂਡ ਰੱਖੀ ਗਈ। ਮੈਰਿਜ ਦੀ ਗੱਲਬਾਤ ਤੁਰੀ ਕਿਵੇਂ, ਇਹ ਰਿਸ਼ਤੇ ਦੀ ਗੱਲ ਤੁਰਦੀ ਹੈ, ਫਿਰ ਕਿਵੇਂ ਦੋਨੋਂ ਪਰਿਵਾਰ ਆਪਸ ਦੇ ਵਿੱਚ ਮਿਲਦੇ ਨੇ, ਸਾਰਾ ਥੋੜਾ ਜਿਹਾ ਦੱਸੋ। ਬਟ ਜਦੋਂ ਸਾਡੀ ਫਰਸਟ ਮੀਟਿੰਗ ਹੋਈ ਸੀ ਅੰਕਲ ਜੀ ਦੇ ਨਾਲ, ਤਾਂ ਉਹਨਾਂ ਦੇ ਵਿਚਾਰ ਸੁਣ ਕੇ ਸਾਨੂੰ ਬੜਾ ਅਸੀਂ ਇੰਪ੍ਰੈਸ ਹੋਏ ਸੀਗੇ। ਬੜੀਆਂ ਵਧੀਆ ਗੱਲਾਂ ਕੀਤੀਆਂ ਉਹਨਾਂ ਨੇ ਗੁਰਬਾਣੀ ਦੇ ਨਾਲ ਵੀ ਜੋੜਨ ਦੀਆਂ। ਗੁਟਕਾ ਸਾਹਿਬ ਵਾਲਾ ਵੀ ਦੱਸਿਆ ਉਹਨਾਂ ਨੇ ਵੀ ਆਪਾਂ ਦਾਜ ਨਹੀਂ ਲੈਣਾ, ਕੋਈ ਗਹਿਣਾ ਗੱਟਾ ਨਹੀਂ ਇੱਕ ਦੂਜੇ ਦੇ ਨਾਲ ਐਕਸਚੇਂਜ ਕਰਨਾ। ਅਸੀਂ ਗੁਟਕਾ ਸਾਹਿਬ ਉਹ ਚੀਜ਼ ਇੱਕ ਦੂਸਰੇ ਨੂੰ ਦੇਣੀ ਹੈ ਜਿਹਦੀ ਕੋਈ ਕੀਮਤ ਹੀ ਨਹੀਂ ਹੈ, ਜਿਹੜੇ ਗੁਰੂ ਸਾਹਿਬ ਨੇ ਦਾਤ ਬਖਸ਼ੀ ਹੈ ਸਾਰਿਆਂ ਨੂੰ। ਹਾਂਜੀ ਬਿਲਕੁਲ ਜੀ, ਉਹਨਾਂ ਨੇ ਦੱਸਿਆ ਸੀ ਕਿ ਦਾਜ ਦੇ ਵਿੱਚ ਗੁਟਕਾ ਸਾਹਿਬ ਵੀ ਦਿੱਤਾ ਜਾਏਗਾ। ਅੱਛਾ, ਫਿਰ ਤੁਸੀਂ ਮੈਂ ਬਾਈ ਜੀ ਦੱਸ ਰਹੇ ਸੀ, ਕਹਿੰਦੇ ਵੀ 11 ਵਜੇ ਤੋਂ ਪਹਿਲਾਂ ਦੱਸਦਾ ਵੀ ਫੇਰੇ ਕਰਨੇ ਆਪਾਂ 12 ਵਜੇ ਤੋਂ ਪਹਿਲਾਂ ਕਿਉਂਕਿ ਉਹ ਇੱਕ ਤਰ੍ਹਾਂ ਦਾ ਕਰਜ਼ਾ ਚੜ ਜਾਂਦਾ ਸਿਰ 'ਚ, ਫਿਰ ਸਾਰੀ ਉਮਰ ਕਰਜ਼ਾ ਲਾਂਦੇ ਦੇ ਲੰਘ ਜਾਂਦਾ ਤੇ ਉਹਦੇ ਨਾਲੋਂ ਚੰਗਾ ਆਪਾਂ ਸਿੰਪਲ ਸਾਦੇ ਤਰੀਕੇ ਨਾਲ ਵਿਆਹ ਕਰਾਇਆ। ਬਾਈ ਜੀ ਜ਼ਿੰਦਗੀ ਦੇ ਵਿੱਚ ਖੁਸ਼ ਹੋ? ਤਬਦੀਲੀ ਜਿਹੜੀ ਜ਼ਿੰਦਗੀ ਦੇ ਵਿੱਚ ਆਈ, ਆਨੰਦ ਮਾਣ ਰਹੇ ਹੋ? ਦੋਨੋਂ ਤੋਂ ਛੋਟਾ ਜਿਹਾ ਜਵਾਬ ਲਵਾਂਗਾ ਭੈਣ ਜੀ ਤੁਹਾਡੇ ਤੋਂ। ਹਾਂਜੀ ਬਿਲਕੁਲ, ਫੇਸਿਸ ਤੋਂ ਹੀ ਪਤਾ ਲੱਗ ਰਿਹਾ ਹੁਣ ਤੇ ਸਾਡੀ ਚਿਹਰੇ ਦੀ ਮੁਸਕਰਾਹਟ ਤੋਂ ਹੀ ਦੇਖ ਲਓ। ਅਸੀਂ ਕਹਿੰਦੇ ਜਿੱਦਾਂ ਗੁਰੂ ਸਾਹਿਬ ਜੀ ਨੇ ਕਹਿਣਾ, ਇੱਕ ਪਹਿਲਾਂ ਕੁੜਮਾਈ ਮਤਲਬ ਵੀ ਅਰਦਾਸ ਹੋਣੀ ਕਿ ਹਾਂਜੀ ਮਤਲਬ ਕਿ ਆਪਸੀ ਜਿੱਦਾਂ ਦੋ ਪਰਿਵਾਰ ਮਿਲ ਰਹੇ ਨੇ, ਤੇ ਇੱਕ ਆਨੰਦ ਕਾਰਜ। ਇਹ ਦੋ ਹੀ ਰਸਮਾਂ ਹੁੰਦੀਆਂ ਨੇ ਔਰ ਇਹ ਗੁਰੂ ਸਾਹਿਬ ਨੇ ਸਾਨੂੰ ਇਹ ਦੋ ਰਸਮਾਂ ਦਿੱਤੀਆਂ ਨੇ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਅੱਜ ਦੀ ਕਹਾਣੀ ਦੇਖਣ ਤੋਂ ਬਾਅਦ ਜਿਹੜੇ ਮਾਪੇ ਧੀਆਂ ਜੰਮਣ ਤੋਂ ਡਰਦੇ ਨੇ, ਉਹਨਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਆਵੇਗੀ ਔਰ ਖਾਸ ਕਰਕੇ ਉਹਨਾਂ ਲੋਕਾਂ ਦੇ ਚਿਹਰਿਆਂ ਤੇ ਚਪੇੜ ਵੱਜੇਗੀ ਜਿਹੜੇ ਕਈ ਵਾਰ ਦਾਜ ਦੇ ਲਾਲਚ ਵਿੱਚ ਧੀਆਂ ਨੂੰ ਮੌਤ ਦੀ ਬਲੀ ਚਾੜ ਦਿੰਦੇ ਨੇ। ਲੁਧਿਆਣਾ ਦੇ ਵਿੱਚ ਕੋਈ ਵਿਆਹ ਦੀ ਖੂਬ ਚਰਚਾ ਹੋ ਰਹੀ ਹੈ। ਚਰਚਾ ਇਸ ਗੱਲੋਂ ਹੋ ਰਹੀ ਹੈ ਕਿਉਂਕਿ ਨਾ ਤਾਂ ਇਸ ਵਿਆਹ ਦੇ ਉੱਤੇ ਲੱਖਾਂ ਰੁਪਏ ਖਰਚੇ ਗਏ, ਨਾ ਇਸ ਵਿੱਚ ਕੁੜੀ ਵੱਲੋਂ ਕੋਈ ਗਹਿਣੇ ਗੱਟੇ ਦੀ ਮੰਗ ਰੱਖੀ ਗਈ ਤੇ ਨਾ ਹੀ ਮੁੰਡੇ ਵਾਲਿਆਂ ਦੇ ਵੱਲੋਂ ਦਾਜ ਦੀ ਡਿਮਾਂਡ ਰੱਖੀ ਗਈ। ਫਿਰ ਕਿਵੇਂ ਅੱਜ ਦੇ ਇਸ ਕਲਯੁਗ ਦੇ ਜ਼ਮਾਨੇ 'ਚ ਇਹ ਰਿਸ਼ਤਾ ਨੇਪਰੇ ਚੜ੍ਹਿਆ, ਗੱਲਬਾਤ ਕਰਦੇ ਹਾਂ ਭੈਣ ਜੀ ਜਿਨ੍ਹਾਂ ਦੇ ਵੱਲੋਂ ਇਸ ਰਿਸ਼ਤੇ ਨੂੰ ਸਿਰੇ ਚਾੜਿਆ ਗਿਆ ਵਾਹਿਗੁਰੂ ਦੀ ਕਿਰਪਾ ਦੇ ਨਾਲ, ਔਰ ਨਵਾਂ ਵਿਆਹ ਜੋੜਾ ਵੀ ਸਾਡੇ ਨਾਲ। ਸਭ ਤੋਂ ਪਹਿਲਾਂ ਤਾਂ ਅਰਦਾਸ ਵਾਹਿਗੁਰੂ ਦੇ ਚਰਨਾਂ 'ਚ ਕਿ ਪੂਰੇ ਤੁਹਾਡੀ ਸੰਸਥਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਬ ਬਖਸ਼ੇ ਔਰ ਮੁਬਾਰਕਬਾਦ ਹੈ ਤੁਹਾਨੂੰ ਸਾਰਿਆਂ ਨੂੰ। ਕਿਵੇਂ ਲੱਗ ਰਿਹਾ? ਇੱਕ ਬਹੁਤ ਚੰਗਾ ਕਾਰਜ ਵਾਹਿਗੁਰੂ ਨੇ ਆਪਣੇ ਹੱਥੀਂ ਕਰਵਾਇਆ ਤੁਹਾਡੇ। ਬੜਾ ਵਧੀਆ ਲੱਗਦਾ ਹੈ ਜਦੋਂ ਅਸੀਂ ਆਪ ਉਸ ਲੀਹ 'ਤੇ ਚੱਲਦੇ ਹਾਂ ਜੋ ਅਸੀਂ ਦੂਜਿਆਂ ਨੂੰ ਦੱਸਣਾ ਚਾਹੁੰਦੇ ਹਾਂ, ਕਿਉਂਕਿ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਕਿ ਤੁਸੀਂ ਦੂਸਰਿਆਂ ਨੂੰ ਜਦੋਂ ਦੱਸ ਰਹੇ ਹੋ ਕਿ ਉਹ ਆਪ ਵੀ ਆਪਣੀ ਲਾਈਫ ਦੇ ਵਿੱਚ ਅਪਣਾ ਰਹੇ ਹੋ ਕਿ ਨਹੀਂ ਅਪਣਾ ਰਹੇ। ਤੇ ਇਸ ਸੰਸਥਾ ਦੀ ਆਰੰਭਤਾ ਵੀ 2006 ਵਿੱਚ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਨੇ ਕੀਤੀ ਔਰ ਉਹਦਾ ਮਕਸਦ ਵੀ ਇੱਕੋ ਇੱਕ ਸੀ ਕਿ ਆਉਣ ਵਾਲੀ ਜੋ ਪਨੀਰੀ ਉਹਨੂੰ ਸੰਭਾਲਣਾ ਹੈ, ਉਹਨਾਂ ਨੂੰ ਗੁਰੂ ਸਾਹਿਬ ਦੀ ਜੋ ਰਸਤਾ ਗੁਰੂ ਸਾਹਿਬ ਜੀ ਨੇ ਸਾਨੂੰ ਦਿੱਤਾ ਹੈ ਉਹ ਉਹਨਾਂ ਤੱਕ ਲੈ ਕੇ ਜਾਣਾ ਤੇ ਉਹਨਾਂ ਨੂੰ ਦੱਸਣਾ ਕਿ ਇਹ ਸਮਾਜ ਜਿਹੜਾ ਨਾ ਇਸ ਵੇਲੇ ਕੁਝ ਗਲਤ ਰਾਹ 'ਤੇ ਜਾ ਰਿਹਾ ਤੇ ਅਸੀਂ ਗੁਰਬਾਣੀ ਨਾਲ ਜੁੜ ਕੇ ਜੋ ਗੁਰੂ ਨੇ ਰਾਹ ਦਿਖਾਇਆ ਸੀ ਉਸ ਰਾਹ 'ਤੇ ਤੁਰੀਏ। ਗੁਰੂ ਦੇ ਫਲਸਫੇ ਨੂੰ ਪੂਰਾ ਕਰ ਰਹੇ ਆ ਤਾਂ ਸਭ ਤੋਂ ਪਹਿਲਾਂ ਬਾਈ ਜੀ ਬਹੁਤ ਬਹੁਤ ਮੁਬਾਰਕਬਾਦ ਭੈਣ ਜੀ ਤੁਹਾਨੂੰ ਵੀ। ਧੰਨਵਾਦ ਜੀ। ਕਿਵੇਂ ਲੱਗ ਰਿਹਾ ਜ਼ਿੰਦਗੀ ਦੇ ਵਿੱਚ ਗੁਰੂ ਸਾਹਿਬ ਨੇ ਕਾਰਜ ਕਰਵਾਇਆ ਹੱਥੀਂ, ਰਿਸ਼ਤਾ ਵੀ ਜੋੜਿਆ ਔਰ ਰਿਸ਼ਤਾ ਜੋੜਿਆ ਵੀ ਇੱਦਾਂ ਵੀ ਅੱਜ ਹਰ ਪਾਸੇ ਚਰਚਾ ਵੀ ਹੋ ਰਹੀ ਹੈ, ਕਿਵੇਂ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ। ਜਿਵੇਂ ਅੰਕਲ ਜੀ ਨੇ ਗੁਰਬਾਣੀ ਨਾਲ ਜੋੜਿਆ, ਸੁੰਦਰ ਗੁਟਕਾ ਦਿੱਤਾ ਜੀ, ਅਤੇ ਉਹਨਾਂ ਦਾ ਵੀ ਇਹੀ ਕਹਿਣਾ ਕਿ ਗੁਰਬਾਣੀ ਨਾਲ ਹੀ ਜਾਣਾ ਹੈਗਾ, ਦੁਨਿਆਵੀ ਚੀਜ਼ਾਂ ਨੇ ਨਹੀਂ ਜਾਣਾ ਹੈਗਾ। ਅਤੇ ਉੱਥੋਂ ਦੇ ਲੋਕਾਂ ਨੇ ਵੀ ਜੋ ਦੇਖਿਆ ਅਤੇ ਉਹ ਵੀ ਬੜੇ ਇੰਪ੍ਰੈਸ ਹੋਏ ਅਤੇ ਉਹ ਵੀ ਕਹਿੰਦੇ ਵੀ ਅੱਗੇ ਤੋਂ ਵੀ ਅਸੀਂ ਵੀ ਇੱਕ ਨਹੀਂ ਸਾਦਾ ਹੀ ਵਿਆਹ ਕਰਵਾਈਏ। ਜਦੋਂ ਮੈਰਿਜ ਦੀ ਗੱਲਬਾਤ ਤੁਰੀ ਕਿਵੇਂ, ਇਹ ਰਿਸ਼ਤੇ ਦੀ ਗੱਲ ਤੁਰਦੀ ਹੈ, ਫਿਰ ਕਿਵੇਂ ਦੋਨੋਂ ਪਰਿਵਾਰ ਆਪਸ ਦੇ ਵਿੱਚ ਮਿਲਦੇ ਨੇ, ਸਾਰਾ ਥੋੜਾ ਜਿਹਾ ਦੱਸਿਓ ਸਾਨੂੰ। ਉਹ ਅੰਕਲ ਜੀ ਮਿਲਾ ਦਿੰਦੇ ਹੁੰਦੇ ਨੇ ਜੀ, ਅਤੇ ਅੰਕਲ ਜੀ ਮਿਲਾਉਂਦੇ ਆ, ਆਪਸ 'ਚ ਬਿਠਾ ਦਿੰਦੇ ਆ। ਅਤੇ ਹਾਂਜੀ ਭੈਣ ਜੀ ਕੁੜੀਆਂ ਨੂੰ ਤਾਂ ਬੜਾ ਚਾਅ ਹੁੰਦਾ ਆਪਣੇ ਵਿਆਹ ਦਾ, ਹੈ ਨਾ, ਵੀ ਵਿਆਹ ਦੇ ਵਿੱਚ ਐਂ ਕਰਨਾ ਉਹ ਕਰਨਾ। ਮੁੰਡੇ ਵੱਲੋਂ ਵੀ ਗੱਡੀ ਵਧੀਆ ਤਰੀਕੇ ਦੇ ਨਾਲ ਰੇਂਜ ਰੋਵਰਾਂ ਚੱਲਦੀਆਂ ਨੇ ਅੱਜ ਕੱਲ੍ਹ ਤਾਂ ਬਰਾਤੇ, ਤਾਂ ਖੁਆਇਸ਼ਾਂ ਤਾਂ ਬਹੁਤ ਹੋਣਗੀਆਂ ਤੁਹਾਡੀਆਂ ਵੀ, ਜਾਂ ਫਿਰ ਸੋਝੀ ਸੀਗੀ ਪਹਿਲਾਂ ਹੀ ਅਸੀਂ? ਨਹੀਂ ਵੀਰ ਜੀ, ਖੁਆਇਸ਼ਾਂ ਤਾਂ ਬਹੁਤ ਹੁੰਦੀਆਂ ਨੇ, ਬਟ ਜਦੋਂ ਸਾਡੀ ਫਰਸਟ ਮੀਟਿੰਗ ਹੋਈ ਸੀ ਅੰਕਲ ਜੀ ਦੇ ਨਾਲ, ਤਾਂ ਉਹਨਾਂ ਦੇ ਵਿਚਾਰ ਸੁਣ ਕੇ ਸਾਨੂੰ ਬੜਾ ਅਸੀਂ ਇੰਪ੍ਰੈਸ ਹੋਏ ਸੀਗੇ। ਬੜੀਆਂ ਵਧੀਆ ਗੱਲਾਂ ਕੀਤੀਆਂ ਉਹਨਾਂ ਨੇ ਗੁਰਬਾਣੀ ਦੇ ਨਾਲ ਵੀ ਜੋੜਨ ਦੀਆਂ, ਤੇ ਇਸ ਕਰਕੇ ਬਾਅਦ ਦੇ ਵਿੱਚ ਆਇਆ ਹੀ ਨਹੀਂ ਵਿਚਾਰ ਕਿ ਇੱਦਾਂ ਵਿਆਹ ਹੋਣਾ ਚਾਹੀਦਾ ਜਾਂ ਤਿਆਰ ਹੋਣਾ ਜਾਂ ਕਿ ਲੱਖਾਂ ਵਗੈਰਾ ਖਰਚ ਕਰਕੇ ਵਿਆਹ ਕਰੀਏ, ਤਾਂ ਸਾਨੂੰ ਸਿੰਪਲ ਵਿਆਹ ਕਰਕੇ ਹੀ ਬਹੁਤ ਵਧੀਆ ਲੱਗਿਆ। ਪਰਿਵਾਰ ਦਾ ਕੀ ਰਿਐਕਸ਼ਨ ਸੀਗਾ ਜਦੋਂ ਰਿਸ਼ਤਾ ਆਇਆ? ਪਰਿਵਾਰ ਦਾ ਤਾਂ ਬਹੁਤ ਵਧੀਆ, ਤਾਂ ਪਹਿਲਾਂ ਹੀ ਗੁਰਬਾਣੀ ਦੇ ਨਾਲ ਜੁੜੇ ਹੋਏ ਨੇ ਸਾਰੇ ਜੀ। ਹਾਂਜੀ, ਫਿਰ ਗੁਟਕਾ ਸਾਹਿਬ ਵਾਲਾ ਵੀ ਦੱਸਿਆ ਉਹਨਾਂ ਨੇ ਵੀ ਆਪਾਂ ਦਾਜ ਨਹੀਂ ਲੈਣਾ, ਕੋਈ ਗਹਿਣਾ ਗੱਟਾ ਨਹੀਂ ਇੱਕ ਦੂਜੇ ਦੇ ਨਾਲ ਐਕਸਚੇਂਜ ਕਰਨਾ। ਅਸੀਂ ਗੁਟਕਾ ਸਾਹਿਬ ਉਹ ਚੀਜ਼ ਇੱਕ ਦੂਸਰੇ ਨੂੰ ਦੇਣੀ ਹੈ ਜਿਹਦੀ ਕੋਈ ਕੀਮਤ ਹੀ ਨਹੀਂ ਹੈ, ਜਿਹੜੇ ਗੁਰੂ ਸਾਹਿਬ ਨੇ ਦਾਤ ਬਖਸ਼ੀ ਹੈ ਸਾਰਿਆਂ ਨੂੰ। ਹਾਂਜੀ ਬਿਲਕੁਲ ਜੀ, ਉਹਨਾਂ ਨੇ ਦੱਸਿਆ ਸੀ ਕਿ ਦਾਜ ਦੇ ਵਿੱਚ ਗੁਟਕਾ ਸਾਹਿਬ ਵੀ ਦਿੱਤਾ ਜਾਏਗਾ, ਬਟ ਇਹ 'ਚ ਪ੍ਰੋਬਲਮ ਵਾਲੀ ਤਾਂ ਕੋਈ ਗੱਲ ਨਹੀਂ, ਕਿਉਂਕਿ ਗੋਡ ਬਲੈਸਿੰਗ ਹੋਣਾ ਤਾਂ ਸਾਰਿਆਂ ਦੇ ਲਈ ਬਹੁਤ ਜ਼ਰੂਰੀ ਹੁੰਦੀਆਂ ਨੇ, ਅਤੇ ਜੇ ਗੁਰਬਾਣੀ ਪੜ੍ਹਾਂਗੇ ਤਾਂ ਗੋਡ ਬਲੈਸਿੰਗ ਜ਼ਰੂਰ ਮਿਲਣਗੀਆਂ ਸਾਨੂੰ।
ਤੇ ਅੱਗੇ ਲਾਈਫ ਦੇ ਅੱਗੇ ਵਧਣ ਲਈ ਲਾਈਫ ਦੇ ਵਿੱਚ ਤੇ ਗੋਡ ਬਲੇਸਿੰਗ ਹੋਣੀ ਬਹੁਤ ਜ਼ਰੂਰੀ ਸੀ। ਜਿਹੜੀ ਚਰਚਾ ਹੋ ਰਹੀ ਹੈ ਵਿਆਹ ਦੀ, ਉਮੀਦ ਸੀਗੀ ਵੀ ਇਸ ਤਰੀਕੇ ਦੇ ਨਾਲ ਚਰਚਾ ਹੋਵੇਗੀ? ਨਹੀਂ ਜੀ, ਬਿਲਕੁਲ ਇੰਨੀ ਉਮੀਦ ਨਹੀਂ ਸੀ ਸਾਨੂੰ। ਰਿਸ਼ਤੇਦਾਰ ਕੀ ਕਹਿੰਦੇ ਨੇ? ਰਿਸ਼ਤੇਦਾਰ ਤਾਂ ਬਹੁਤ ਖੁਸ਼ ਸੀ ਮੈਰਿਜ ਤੋਂ। ਪਹਿਲੀ ਵਾਰ ਉਹਨਾਂ ਨੇ ਇਦਾਂ ਦਾ ਮੈਰਿਜ ਦੇਖੀ ਆ ਵੀ ਲੰਗਰ ਵੀ ਜਿਹੜਾ ਪੰਗਤ ਦੇ ਵਿੱਚ ਬੈਠ ਕੇ ਛਕਾਇਆ ਗਿਆ ਸੀ ਉਹਨਾਂ ਨੂੰ। ਹਾਂਜੀ, ਉਹ ਤਾਂ ਬਹੁਤ ਇੰਪ੍ਰੈਸ ਸੀਗੇ। ਖੁਆਇਸ਼ਾਂ ਬਾਈ ਜੀ ਤੁਹਾਡੀਆਂ ਵੀ ਹੋਣਗੀਆਂ, ਥੋੜ੍ਹੀਆਂ ਬਹੁਤ ਤਾਂ ਬੰਦੇ ਦੀਆਂ ਹੁੰਦੀਆਂ ਵੀ ਅੱਜ ਕੱਲ੍ਹ ਤਾਂ ਬੜਾ ਤਾਮਝਾਮ ਚੱਲਦਾ ਵਿਆਹਾਂ ਦੇ ਉੱਤੇ, ਫਿਰ ਕਿਵੇਂ ਮਾਈਂਡ ਸੈੱਟ ਰਹਿੰਦਾ ਇਸ ਚੀਜ਼ ਨੂੰ ਲੈ ਕੇ? ਨਹੀਂ, ਕੋਈ ਖੁਆਇਸ਼ ਨਹੀਂ ਸੀਗੀ, ਬਸ ਸਾਦਾ ਵਿਆਹ ਹੀ ਪਹਿਲਾਂ ਹੀ ਸੋਚਿਆ ਵੀ ਸਾਦੇ ਵਿਆਹ ਕਰਾਉਣਾ ਹੈਗਾ। ਹਾਂਜੀ, ਗੁਰਮਤਿ ਮਰਿਆਦਾ ਅਨੁਸਾਰ। ਹੁਣ ਤਾਂ ਬਹੁਤ ਫੋਨ ਆ ਰਹੇ ਹੋਣੇ ਮੈਨੂੰ ਲੱਗਦਾ ਆਲੇ ਦੁਆਲਿਓਂ। ਹਾਂਜੀ ਹਾਂਜੀ, ਬਹੁਤ ਜ਼ਿਆਦਾ ਆ ਰਹੇ ਨੇ। ਤੁਹਾਡਾ ਵੀ ਭੈਣ ਜੀ ਇਸੇ ਤਰੀਕੇ ਦੇ ਨਾਲ ਇਸੇ ਮਰਿਆਦਾ ਦੇ ਵਿੱਚ ਹੀ ਵਿਆਹ ਹੈ? ਕਿਹੜਾ ਪਿੰਡ ਤੁਹਾਡਾ, ਕਿੱਥੇ ਦੇ ਰਹਿਣ ਵਾਲੇ ਤੁਸੀਂ? ਮੈਂ ਰਾਏਕੋਟ ਦੇ ਨੇੜੇ ਪਿੰਡ ਹੈ ਬਸਰਾਓ, ਉੱਥੋਂ ਦੀ ਰਹਿਣ ਵਾਲੀ ਹਾਂ। ਅੱਛਾ, ਕਿਵੇਂ ਲੱਗਦਾ ਤੁਹਾਡੇ ਵੱਲ ਦੇਖ ਕੇ? ਹੋ ਸਕਦਾ ਇਹ ਜੋੜਾ ਮੋਟੀਵੇਟ ਹੋਇਆ ਹੋਵੇ, ਤੁਹਾਡੇ ਤੋਂ ਪਹਿਲਾਂ ਵੀ ਹੋਏ ਹੋਣਗੇ, ਤਾਂ ਖੁਸ਼ੀ ਮਿਲਦੀ ਹੈ ਫਿਰ ਜਦੋਂ ਇੱਕੋ ਰਾਹ ਦੇ ਉੱਤੇ ਸਾਰੇ ਚੱਲਦੇ ਆ ਆਪਾਂ? ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੈ। ਮੈਂ ਵੀ ਕਿਸੇ ਵਿਆਹ ਨੂੰ ਦੇਖ ਕੇ ਮੋਟੀਵੇਟ ਹੋਈ ਸੀ ਕਿ ਇੱਦਾਂ ਵਿਆਹ ਕਰਾਉਣਾ ਹੈ ਸਾਦਾ, ਤੇ ਮੈਨੂੰ ਲੱਗਦਾ ਹੈ ਬੜਾ ਜ਼ਰੂਰੀ ਹੈ ਕਿ ਅਗਲੀ ਪੀੜ੍ਹੀ ਵੀ ਸਿੱਖਦੀ ਹੈ ਕੁਛ ਨਵਾਂ ਕਿ ਇੱਦਾਂ ਵੀ ਹੋ ਸਕਦਾ ਹੈ। ਅੱਛਾ ਬਾਈ, ਜਿਵੇਂ ਘਰਦਿਆਂ ਨੂੰ ਦੱਸਣਾ ਜਾਂ ਰਿਸ਼ਤੇਦਾਰਾਂ ਨੂੰ ਜਾਂ ਇਹਦੇ ਨਾਲ ਯਾਰ ਦੋਸਤੀ ਕਹੀ ਜਾਂਦੇ ਵੀ ਫਲਾਨੀ ਸ਼ੇਰਵਾਨੀ ਪਾ ਲਈ, ਵੀ ਫਲਾਨਾ ਇਦਾਂ ਕਰ ਲਈ, ਫਲਾਨੀ ਗੱਡੀ ਲੈ ਜਾਈ, ਐਂ ਫਿਰ ਦੂਸਰਿਆਂ ਕੀ ਰਿਐਕਸ਼ਨ ਸੀਗਾ ਘਰਦਿਆਂ ਦਾ ਜਦੋਂ ਤੁਹਾਡਾ ਰਿਸ਼ਤਾ ਹੋਇਆ? ਹਾਂਜੀ ਵੀਰੇ, ਇੱਕ ਤਰ੍ਹਾਂ ਜਿਵੇਂ ਕਹਦੇ ਵਿਆਹ ਤੋਂ ਪਹਿਲਾਂ ਹਰ ਬੰਦਾ ਸੋਚਦੇ ਹੁੰਦਾ ਵੀ ਆਪਾਂ ਐਵੇਂ ਵਿਆਹ ਕਰਵਾਉਣਾ, ਬਟ ਇਹ ਟੈਂਪਰੇਰੀ ਖੁਸ਼ੀ ਨਾਲੋਂ ਹੈ ਨਾ ਆਪਾਂ ਨਹੀਂ ਉਹ ਕਰ ਸਕਦੇ ਇੰਨਾ ਟਾਈਮ। ਤੇ ਸਾਨੂੰ ਜਿਵੇਂ ਗੁਟਕਾ ਸਾਹਿਬ ਦਿੱਤਾ ਗਿਆ ਹੈ ਨਾ ਸਾਡੇ ਅੰਕਲ ਜੀ ਵੱਲੋਂ, ਤੇ ਉਹ ਪਰਮਾਨੈਂਟ ਖੁਸ਼ੀ ਹੈ, ਸਾਰੀ ਉਮਰ ਉਹ ਖੁਸ਼ੀਆਂ ਚੱਲਣੀਆਂ ਨੇ। ਤੇ ਵਿਆਹ 'ਤੇ ਇੰਨਾ ਖਰਚਾ ਕਰਕੇ ਪੈਲਸਾਂ ਦੇ ਲਾ ਲਓ ਤੁਸੀਂ, ਇੰਨੇ ਪੈਸੇ ਲਾ ਕੇ ਹੈ ਨਾ, ਕੈਟਰਿੰਗ ਦਾ ਇੰਨਾ ਖਰਚਾ ਹੋ ਜਾਂਦਾ ਜਾਂ ਹੋਰ ਕੰਮ, ਗੱਡੀਆਂ ਸਜਾ ਸਜੂ ਕੇ, ਤੇ ਉਹ ਇੰਨੇ ਖਰਚੇ ਨਾਲੋਂ ਸਾਡੇ ਸਿੰਪਲ ਸਾਦੇ ਵਿਆਹ ਕਰਕੇ ਜੋ ਖੁਸ਼ੀ ਮਿਲਦੀ ਇੰਨੇ ਖਰਚੇ ਨਾਲੋਂ ਨੇ, ਕਿਉਂਕਿ ਉਹ ਇੱਕ ਤਰ੍ਹਾਂ ਦਾ ਕਰਜ਼ਾ ਚੜ੍ਹ ਜਾਂਦਾ ਸਿਰ 'ਚ, ਫਿਰ ਸਾਰੀ ਉਮਰ ਕਰਜ਼ਾ ਲਾਂਦੇ ਲੰਘ ਜਾਂਦਾ। ਤੇ ਉਹਦੇ ਨਾਲੋਂ ਚੰਗਾ ਆਪਾਂ ਸਿੰਪਲ ਸਾਦੇ ਤਰੀਕੇ ਨਾਲ ਵਿਆਹ ਕਰਾਇਆ, ਤੇ ਨਾ ਕੋਈ ਕਰਜ਼ਾ ਚੜਿਆ, ਤੇ ਤੁਹਾਡੇ ਸਾਹਮਣੇ ਹੀ ਆ ਪਰਮਾਨੈਂਟ ਖੁਸ਼ੀ ਚੜੀ ਹੋਈ ਹੈ। ਬਿਲਕੁਲ ਬਿਲਕੁਲ, ਤਾਂ ਇਹ ਖੁਸ਼ੀ ਰਹਿਣੀ ਵੀ ਚਾਹੀਦੀ ਹੈ। ਭੈਣ ਜੀ ਕਿਵੇਂ ਦੇਖਦੇ ਹੋ ਅੱਜ ਦਾ ਦੌਰ ਜਿਹੜਾ ਚੱਲ ਰਿਹਾ ਹੁਣ, ਤਾਮਝਾਮ ਲੱਖਾਂ ਰੁਪਏ ਫਿਰ ਵੀ ਨੁਕਸ ਕੱਢੇ ਜਾਂਦੇ ਨੇ, ਇੰਨਾ ਮਾਹੌਲ ਖਰਾਬ ਹੋ ਗਿਆ ਵੀ ਧੀ ਜੰਮਣ ਤੋਂ ਲੋਕ ਡਰਦੇ ਨੇ। ਮੈਂ ਸ਼ੁਰੂਆਤ ਦੇ ਵਿੱਚ ਹੀ ਕਿਹਾ, ਕਿਵੇਂ ਦੇਖਦੇ ਹੋ ਅੱਜ ਦੇ ਮਾਹੌਲ ਨੂੰ? ਮੈਂ ਤਾਂ ਇੱਕ ਗੱਲ ਕਹਿਣਾ ਚਾਹਾਂਗੀ, ਜਦ ਤੱਕ ਅਸੀਂ ਲੋਕਾਂ ਨੂੰ ਖੁਸ਼ ਕਰਨ ਤੇ ਲੱਗਾਂਗੇ ਨਾ, ਤੇ ਲੋਕੀ ਕਦੇ ਖੁਸ਼ ਨਹੀਂ ਹੁੰਦੇ। ਜੇ ਇੱਕ ਖੁਸ਼ ਹੈ ਦੂਜਾ ਨਾਰਾਜ਼ ਹੈ। ਅਸੀਂ ਵਿਆਹਾਂ ਤੇ ਦੇਖਦੇ ਹੀ ਹਾਂ, ਕਦੇ ਕੋਈ ਰੁੱਸ ਗਿਆ ਤੇ ਕਦੇ ਕੋਈ ਰੁੱਸ ਗਿਆ। ਤੇ ਜਦੋਂ ਅਸੀਂ ਗੁਰੂ ਨੂੰ ਖੁਸ਼ ਕਰਨ ਚੱਲ ਪੈਂਦੇ ਆ ਨਾ, ਤੇ ਗੁਰੂ ਫਿਰ ਆਪੇ ਸਾਰਿਆਂ ਨਾਲ ਬਿਧ ਬਣਾ ਦਿੰਦਾ। ਤੇ ਉਹਦੇ ਵਿੱਚ ਫਿਰ ਇਹ ਵੀ ਹੁੰਦਾ, ਜਿਹੜਾ ਆਏਗਾ ਉਹਨੂੰ ਪਤਾ ਹੈ ਵੀ ਸਿੰਪਲ ਹੀ ਹੋਣਾ ਹੈ, ਨਾ ਦਾਰੂ ਨਾ ਕੁਝ ਹੋਰ। ਤੇ ਇਸ ਕਰਕੇ ਪੰਗਤ 'ਚ ਹੀ ਲੰਗਰ ਹੋਏਗਾ, ਉੱਥੇ ਬਹਿ ਕੇ ਸਾਰਿਆਂ ਨੇ, ਨਾਲੇ ਬਰਾਬਰਤਾ ਦੀ ਗੱਲ ਆ ਜਾਂਦੀ ਹੈ। ਕੋਈ ਇਹ ਨਹੀਂ ਕਹਿ ਸਕਦਾ ਕਿ ਕੋਈ ਜਵਾਈ ਹੈ ਤੇ ਕੋਈ ਪੁੱਤ ਹੈ, ਸਭ ਬਰਾਬਰ ਨੇ। ਤੇ ਇਹਦੇ ਨਾਲ ਇੱਕ ਜਦੋਂ ਚੰਗੀ ਸਿਹਤ ਜਾਂਦੀ ਹੈ ਨਾ, ਤੇ ਮਾਪਿਆਂ ਨੂੰ ਇੱਕ ਫਖਰ ਮਹਿਸੂਸ ਹੁੰਦਾ ਹੈ, ਕਿਉਂਕਿ ਕੁੜੀਆਂ ਪੜ੍ਹ ਲਿਖ ਵੀ ਬਹੁਤ ਗਈਆਂ ਨੇ, ਪਰ ਫਿਰ ਵੀ ਉਹ ਡਰਦੇ ਨੇ ਸਿਰਫ ਇਸੇ ਪੱਖੋਂ ਕਿ ਕੱਲ੍ਹ ਨੂੰ ਕਿੰਨਾ ਮੰਗ ਲੈਣਗੇ, ਕੁਝ ਨਹੀਂ ਪਤਾ ਕਿਹੜਾ ਪਰਿਵਾਰ ਮਿਲੇਗਾ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਚਮੜੀ ਦਮੜੀ ਛੱਡ ਕੇ, ਜਦੋਂ ਅਸੀਂ ਗੁਣਾਂ ਦੀ ਸਾਂਝ ਦੀ ਗੱਲ ਕਰਦੇ ਹਾਂ, ਤੇ ਗੁਣ ਉਹਦੇ ਕੋਲ ਹੀ ਹੋਣਗੇ ਜਿਹਦੇ ਕੋਲ ਚੰਗੀ ਸੋਚ ਹੋਏਗੀ। ਤੇ ਜਿਹਦੀ ਚੰਗੀ ਸੋਚ ਹੋਏਗੀ ਉਹ ਦਾਜ ਦਹੇਜ ਬਾਰੇ ਸੋਚਦਾ ਵੀ ਨਹੀਂ। ਬਿਲਕੁਲ ਬਿਲਕੁਲ। ਅੱਛਾ ਬਈ, ਰੀਤੀ ਰਿਵਾਜ ਕੀਤੇ ਦੋਨਾਂ ਪਰਿਵਾਰਾਂ ਨੇ? ਜੋ ਜਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਚੱਲਦਾ, ਜੋ ਵੀ ਚੱਲਦਾ ਸਿਸਟਮ, ਉਹ ਕੀਤੇ ਫੋਲੋ ਸਾਰੇ? ਨਹੀਂ, ਕੋਈ ਨਹੀਂ ਕੀਤਾ ਹੈਗਾ ਜੀ, ਬਸ ਆਪਣੀ ਕਿਵੇਂ ਬਰਾਤ ਗਈ? ਕਿੰਨੇ ਜਾਣੇ ਗਏ ਸੀ ਫਿਰ? ਬਸ ਇੱਥੋਂ ਅਕੈਡਮੀ 'ਚ ਹੀ ਗਏ ਸੀਗੇ, ਤੇ ਕੁਛ ਕੁ ਰਿਸ਼ਤੇਦਾਰ ਲੈ ਲਏ ਸੀਗੇ ਮੇਨ ਜੀ, ਤੇ ਬਸ ਇੰਨੇ ਗਏ ਸੀਗੇ। ਅੱਛਾ ਭੈਣ ਜੀ, ਤੁਸੀਂ ਥੋੜਾ ਜਿਹਾ ਖੁੱਲ੍ਹ ਕੇ ਬੋਲ ਦਿਓ। ਤੁਸੀਂ ਦੱਸਿਓ ਵੀ ਬਰਾਤ ਨੇ ਅੱਗੇ ਟਾਈਮ ਵੀ ਦਿੱਤਾ ਸੀਗਾ ਵੀ ਇੰਨੇ ਵਜੇ ਆਉਣਾ, ਇੰਨੇ ਵਜੇ ਫੇਰੇ ਕਰਨੇ, ਇੰਨੇ ਬੰਦੇ ਆਵਾਂਗੇ, ਉਹ ਥੋੜਾ ਜਿਹਾ ਦੱਸਿਓ। ਹਾਂਜੀ ਬਿਲਕੁਲ, ਉਹਨਾਂ ਨੇ ਟਾਈਮ ਦਿੱਤਾ ਸੀ ਵੀ ਇੰਨੇ ਵਜੇ ਤੱਕ ਤੁਸੀਂ ਰੈਡੀ ਹੋਣੇ ਚਾਹੀਦੇ ਹੋ, ਤਾਂ ਕਿ ਜਿਹੜਾ ਗੁਰੂ ਮਰਿਆਦਾ ਅਨੁਸਾਰ ਹੀ ਮੈਰਿਜ ਹੋ ਸਕੇ। ਕੀਰਤਨ ਧਿਆਨ ਨਾਲ ਸੁਣ, ਦੁਨੀਆ ਮਤਲਬ ਹੋ ਜਾਂਦਾ ਕਿ ਲੋਕ ਅੱਧੇ ਤਾਂ ਬੈਠੇ ਰਹਿੰਦੇ ਨੇ, ਬਾਕੀ ਸਾਰੇ ਇੱਧਰ ਉੱਧਰ ਬਸ ਤੁਰੇ ਫਿਰਦੇ ਰਹਿੰਦੇ ਨੇ, ਕੋਈ ਧਿਆਨ ਨਾਲ ਨਾ ਤਾਂ ਆਨੰਦ ਕਾਰਜ ਸੁਣਦਾ ਹੈਗਾ। ਬਟ ਅੰਕਲ ਜੀ ਦਾ ਇਹ ਵਿਚਾਰ ਸੀਗਾ ਕਿ ਸਾਰੇ ਜਾਣੇ ਇੱਕ ਥਾਂ ਇਕੱਠੇ ਹੋ ਕੇ ਮੈਰਿਜ ਦੇਖਣ, ਤਾਂ ਕਿ ਉਹਨਾਂ ਨੂੰ ਸਮਝ ਲੱਗੇ ਵੀ ਅੱਜ ਕੱਲ੍ਹ ਕਿੱਦਾਂ ਗੁਰਬਾਣੀ ਦੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ ਸਾਡੇ ਲਈ। ਅੱਛਾ, ਫਿਰ ਤੁਸੀਂ, ਮੈਂ ਬਾਈ ਜੀ ਦੱਸ ਰਹੇ ਸੀ, ਕਹਿੰਦੇ ਵੀ 11 ਵਜੇ ਤੋਂ ਪਹਿਲਾਂ ਦੱਸਦਾ ਵੀ ਫੇਰੇ ਕਰਨੇ ਆਪਾਂ 12 ਵਜੇ ਤੋਂ ਪਹਿਲਾਂ, ਤੇ ਕਈ ਵਾਰ ਤਾਂ ਬਰਾਤ ਹੀ ਨਹੀਂ ਤੁਰਦੀ, ਮਾਮਾ ਫੁੱਫੜ ਮਾਸੀ ਮਾਸੜ ਕਈ ਵਾਰ ਨਾਰਾਜ਼ ਹੋ ਜਾਂਦੇ। ਕੋਈ ਨਾਰਾਜ਼ ਤਾਂ ਨਹੀਂ ਹੋਇਆ? ਨਹੀਂ, ਕੋਈ ਨਹੀਂ ਨਾਰਾਜ਼ ਹੋਇਆ। ਪਹਿਲਾਂ ਹੀ ਇੱਕ ਰਾਤ ਕਰਤਾ ਸੀਗਾ, ਤੇ ਸਾਰੇ ਮਤਲਬ ਪਹੁੰਚ ਗਏ ਸੀ ਟਾਈਮ 'ਤੇ। ਅੱਛਾ ਜੀ। ਹਾਂਜੀ, ਕਿੰਨੇ ਵਜੇ ਬਰਾਤ? ਪਹਿਲਾਂ ਯਕੀਨ ਨਹੀਂ ਹੋ ਰਿਹਾ ਸੀਗਾ ਵੀ ਇੰਨੀ ਜਲਦੀ ਵੀ ਹੋ ਸਕਦਾ, ਤੇ ਉਹ ਪਰ ਕਹਿ ਬਹੁਤ ਖੁਸ਼ ਸੀਗੇ ਬਾਅਦ 'ਚੋਂ। ਕਿੰਨਾ ਕੁ ਸਮਾਂ ਪਿਆ ਮੈਰਿਜ ਨੂੰ? ਕਦੋਂ ਰਿਸ਼ਤੇ ਦੀ ਗੱਲ ਚੱਲਦੀ ਹੈ ਤੇ ਕਦੋਂ ਫਿਰ ਆਨੰਦ ਕਾਰਜ ਹੋ ਜਾਂਦਾ? ਸਾਡੇ ਇੱਕ ਹਫ਼ਤੇ ਦੇ ਵਿੱਚ ਮਤਲਬ ਗੱਲਬਾਤ ਹੋ ਕੇ ਜਦੀ ਨਾਲ ਹੀ ਕਰਤਾ ਸੀ ਅੰਕਲ ਜੀ ਨੇ।
ਅੱਛਾ, ਉਹ ਅੱਜ ਕੱਲ ਉਹ ਫੋਨਾਂ ਫਾਨ ਵਾਲਾ ਸਿਸਟਮ ਖਤਮ ਸਾਰਾ। ਨਹੀਂ ਬਸ ਇਹ ਅੱਜ ਅਰਦਾਸ ਹੋਈ ਸੀਗੀ, ਦੂਜੇ ਦਿਨ ਮੇਰੀ ਸੀਗੀ। ਅੱਛਾ ਭੈਣ ਜੀ, ਇਹ ਵੀ ਥੋੜਾ ਜਿਹਾ ਕਨਸੈਪਟ ਦੱਸਿਓ ਵੀ ਕਿਵੇਂ ਅਰਦਾਸ ਕੀਤੀ ਜਾਂਦੀ ਹੈ, ਕਿਵੇਂ ਮੁੰਡੇ ਕੁੜੀ ਦੀ ਸਿਲੈਕਸ਼ਨ ਕੀਤੀ ਜਾਂਦੀ, ਕਿਵੇਂ ਫਿਰ ਦੋਨਾਂ ਪਰਿਵਾਰਾਂ ਨੂੰ ਘੱਟੋ ਘੱਟ ਸੈਟੀਸਫਾਈ ਤਾਂ ਕਰਨਾ ਹੀ ਪੈਂਦਾ ਹੋਊਗਾ ਕਿਤੇ ਨਾ ਕਿਤੇ, ਅਗਲੇ ਨੇ ਧੀ ਦੇਣੀ ਆ, ਉਹਨਾਂ ਨੇ ਵੀ ਆਪਣਾ ਜੀਵਨ ਸਾਥੀ ਚੁਣਨਾ। ਐਕਚੁਅਲੀ ਸਾਡਾ ਜਿਵੇਂ ਅਸੀਂ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਸੇਵਾਵਾਂ ਨਿਭਾ ਰਹੇ ਹਾਂ, ਬੜੇ ਸਾਰੇ ਪਰਿਵਾਰ ਮਿਲਦੇ ਨੇ, ਕਿਉਂਕਿ ਅੱਜ ਕੱਲ ਚੰਗਾ ਰਿਸ਼ਤਾ ਲੱਭਣਾ ਸਭ ਤੋਂ ਵੱਡਾ ਜਿਹੜਾ ਹੈ ਨਾ ਔਖਾ ਕੰਮ ਹੋਇਆ ਪਿਆ, ਕਿਉਂਕਿ ਕਦੇ ਅੱਜ ਕੱਲ ਪਤਾ ਨਹੀਂ ਲੱਗਦਾ, ਬਾਹਰੋਂ ਕੁਝ ਹੋਰ ਹੈ, ਬੰਦਰਾਂ ਅੰਦਰੋਂ ਕੁਝ ਹੋਰ ਹੈ। ਤੇ ਜਿਹੜੇ ਸਾਡੇ ਉੱਥੇ ਸੇਵਾਦਾਰ ਹੈਗੇ ਨੇ, ਕਿਉਂਕਿ ਉਹ ਜਦੋਂ ਬੱਚਿਆਂ ਨਾਲ ਮਿਲਦੇ ਨੇ, ਐਜੂਕੇਟ ਪੰਜਾਬ ਪ੍ਰੋਜੈਕਟ ਰਾਹੀਂ ਸਕਾਲਰਸ਼ਿਪ ਲੈ ਰਹੇ ਨੇ ਬੱਚੇ, ਉਹਨਾਂ ਦੇ ਅੱਗੋਂ ਪਰਿਵਾਰ ਨੇ ਜਾਂ ਪਿੰਡਾਂ ਵਿੱਚ ਜਿੱਥੇ ਜਾਂਦੇ ਨੇ ਉੱਥੇ ਐਸੇ ਪਰਿਵਾਰ ਮਿਲਦੇ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਕਿ ਇਹ ਚੰਗਾ ਪਰਿਵਾਰ ਹੈ, ਬੱਚੇ ਵਿੱਚ ਚੰਗੇ ਗੁਣ ਨੇ। ਸੋ ਉਹਨਾਂ ਬਾਰੇ ਦੂਸਰੇ ਜਿਹੜੇ ਅਸੀਂ ਆਪਸ ਵਿੱਚ ਸਾਰੇ ਮੈਂਬਰਸ ਦੇਖਦੇ ਹਾਂ, ਤੇ ਉਹਦੇ ਕੋਈ ਹੋਰ ਇਲਾਕੇ ਤੋਂ ਜਾਂ ਉਸੇ ਇਲਾਕੇ ਤੋਂ ਕਿਤੋਂ ਵੀ ਸਾਨੂੰ ਕੋਈ ਲੜਕਾ ਉਸ ਲੜਕੀ ਲਈ ਜਾਂ ਲੜਕੇ ਲਈ ਕੋਈ ਲੜਕੀ ਸਾਨੂੰ ਢੁਕੇ ਕਿ ਇਹ ਮੈਚ ਬੜਾ ਵਧੀਆ ਬਣ ਸਕਦਾ, ਇਹਨਾਂ ਦੇ ਗੁਣਾਂ ਦੀ ਜਿਹੜੀ ਸਾਂਝ ਹੈ ਉਹ ਮਿਲ ਰਹੀ ਹੈ, ਤਾਂ ਉੱਥੇ ਜਿਹੜਾ ਰਿਸ਼ਤਾ ਕੀਤਾ ਜਾਂਦਾ। ਔਰ ਉਹਦੇ ਵਿੱਚ ਕੋਈ ਫੋਰਸ ਨਹੀਂ ਹੈ ਕਿ ਇੱਥੇ ਹੀ ਕਰਨਾ ਹੈ, ਉਹਨਾਂ ਨੂੰ ਜ਼ਰੂਰ ਪਰਿਵਾਰਾਂ ਨੂੰ ਦੱਸ ਪਾਈ ਜਾਂਦੀ ਹੈ, ਸੋ ਅੱਗੋਂ ਉਹਨਾਂ ਦੀ ਮਰਜ਼ੀ ਹੈ, ਉਹ ਕਰਨਾ ਚਾਹੁੰਦੇ। ਪਰ ਇਹਦੇ ਵਿੱਚ ਅਸੀਂ ਇਹ ਜ਼ਰੂਰ ਕਹਿੰਦੇ ਹਾਂ ਕਿ ਗੁਰੂ ਨੂੰ ਨਾਲ ਲੈ ਕੇ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ, ਕਿ ਜੇ ਅਸੀਂ ਕਹੀਏ ਕਿ ਜਾਤਾਂ 'ਚ ਹੀ ਫਸੇ ਰਹਿਣਾ, ਫਿਰ ਇਹਦਾ ਮਤਲਬ ਭਾਵੇਂ ਅਸੀਂ ਸਿੰਪਲ ਕਰ ਲਈਏ, ਫਿਰ ਅਸੀਂ ਗੁਰੂ ਦੀ ਗੱਲ ਤੋਂ ਦੂਰ ਹੈਗੇ ਹਾਂ, ਕਿਉਂਕਿ ਗੁਰੂ ਸਾਹਿਬ ਨੇ ਇੱਕ ਬਿਲਕੁਲ ਜੀ ਬਰਾਬਰਤਾ ਦਾ ਜਿਹੜਾ ਸਿਧਾਂਤ ਹੈ ਉਹ ਦਿੱਤਾ ਹੈਗਾ ਸਾਨੂੰ। ਤਾਂ ਬਿਲਕੁਲ ਬੜੀ ਖੁਸ਼ੀ ਹੁੰਦੀ ਹੈ, ਲੋਕ ਵੀ ਬੜੀ ਚਰਚਾ ਕਰ ਰਹੇ ਨੇ ਇਸ ਵਿਆਹ ਦੀ। ਹੁਣ ਵੀ ਤਾਂ ਜਿੰਨੀ ਇਹ ਵਾਇਰਲ ਹੋਇਆ, ਇਸ ਤੋਂ ਪਹਿਲਾਂ ਕੋਈ ਵਾਇਰਲ ਨਹੀਂ ਆਇਆ ਸੀ, ਕੋਈ ਸਾਹਮਣੇ ਨਹੀਂ ਸੀ ਆਇਆ ਕੇਸ, ਹੈ ਨਾ। ਉਸ ਤੋਂ ਬਾਅਦ ਕੁਝ ਫਰਕ ਮਹਿਸੂਸ ਹੋ ਰਿਹਾ ਲੋਕਾਂ ਦੀ, ਜਿਵੇਂ ਫੋਨ ਕਰਦੇ ਹੋਣਗੇ, ਪਹੁੰਚ ਰਿਹਾ, ਮੀਡੀਆ ਵੀ ਪਹੁੰਚ ਰਿਹਾ, ਤਾਂ ਕੁਝ ਲੱਗਦਾ ਵੀ ਅਸਰ ਵੀ ਹੋ ਰਿਹਾ ਇਸ ਚੀਜ਼ ਦਾ? ਦੇਖੋ, ਜਿਹੜੇ ਪਿੰਡਾਂ ਵਿੱਚ ਅਸੀਂ ਗਏ ਆ ਨਾ, ਉਹ ਪਿੰਡ ਵਾਲੇ ਤਾਂ ਬਹੁਤ ਸਲਾਹੁੰਦੇ ਹੈ, ਔਰ ਉਹ ਸ਼ੁਕਰ ਕਰਦੇ ਆ ਕਿ ਇੱਦਾਂ ਦੇ ਇੱਕ ਐਗਜ਼ਾਮਪਲ, ਜਿਹੜੇ ਬਜ਼ੁਰਗ ਨੇ ਤਾਂ ਬਹੁਤ ਸ਼ੁਕਰ ਕਰਦੇ ਨੇ ਕਿ ਤੁਸੀਂ ਕੋਈ ਐਗਜ਼ਾਮਪਲ ਲੈ ਕੇ ਇੱਥੇ ਆਏ ਹੋ, ਕਿ ਸਾਡੀ ਬਾਕੀ ਜਿਹੜੀ ਪਨੀਰੀ ਹੈ ਨਾ, ਜਾਂ ਬਾਕੀ ਜਿਹੜੇ ਉੱਥੇ ਪਿੰਡ ਵਾਸੀ ਨੇ, ਉਹਨਾਂ ਨੂੰ ਇੱਕ ਐਗਜ਼ਾਮਪਲ ਮਿਲ ਗਈ। ਕਿਉਂਕਿ ਲੋਕੀ ਨਾ ਡਰਦੇ ਇਸ ਗੱਲ ਤੋਂ ਨੇ, ਸ਼ੁਰੂਆਤ ਕੌਣ ਕਰੇਗਾ, ਕਿਉਂਕਿ ਜਦੋਂ ਸ਼ੁਰੂਆਤ ਹੋ ਜਾਂਦੀ ਹੈ ਫਿਰ ਉਹ ਕਹਿੰਦਾ ਉਹਦਾ ਵੀ ਤਾਂ ਹੋਇਆ ਸੀ, ਮੈਂ ਵੀ ਕਰ ਸਕਦਾ। ਸੋ ਅਸੀਂ ਉਹ ਸ਼ੁਰੂਆਤ ਉਹਨਾਂ ਪਿੰਡਾਂ ਵਿੱਚ ਕਰਨ ਜਾਂਦੇ ਹਾਂ ਕਿ ਇੱਕ ਸ਼ੁਰੂਆਤ ਹੋ ਗਈ ਤੇ ਬਾਕੀ ਆਪੇ ਚੱਲ ਪੈਣਗੇ। ਸੋ ਉਹਦੇ ਨਾਲ ਕੀ ਹੈ, ਉਹਨਾਂ ਪਿੰਡਾਂ ਵਿੱਚ ਤਾਂ ਮੈਸੇਜ ਆਇਆ ਕਿ ਚਲੋ ਵਧੀਆ ਗੱਲ ਹੈ ਕਿ ਮੀਡੀਆ ਦੇ ਨਾਲ ਇਹ ਜਿਹੜਾ ਮੈਸੇਜ ਹੈ ਉਹ ਪੂਰੀ ਦੁਨੀਆ ਤੱਕ ਜਾਏਗਾ। ਬਾਕੀ ਜਿੱਥੇ ਅਸੀਂ ਕੋਸ਼ਿਸ਼ ਕਰੀਦੀ ਹੈ, ਅਸੀਂ ਇਹਦੇ ਵਿੱਚ ਇਹ ਨਹੀਂ ਰੱਖਿਆ ਕਿ 5 ਬਰਾਤੀ ਜਾਣੇ ਜਾਂ 11 ਬਰਾਤੀ ਜਾਣੇ, ਅਸੀਂ ਕਹਿੰਦੇ ਪੂਰਾ ਪਿੰਡ ਆਵੇ, ਕਿ ਪੂਰੇ ਪਿੰਡ ਨੂੰ ਲੰਗਰ ਛਕਾ ਕੇ ਵੀ ਸਾਡਾ ਛਕਣਾ ਹੀ ਲੰਗਰ ਹੈ, ਤੇ ਫਿਰ ਸਾਰਾ ਪੂਰਾ ਪਿੰਡ ਆਵੇ ਤੇ ਉਹ ਆ ਕੇ ਦੇਖੇ। ਤਕਰੀਬਨ ਲੱਖ ਰੁਪਏ ਤੱਕ ਦਾ ਅਸੀਂ ਖਰਚਾ ਮੰਨ ਕੇ ਚੱਲਦੇ ਹਾਂ, ਕਿ ਸਾਰਾ ਪੂਰਾ ਜਿੱਦਾਂ 400-500 ਬੰਦਾ, ਅਸੀਂ ਕਹਿੰਦੇ ਵੀ ਲੜਕੇ ਵਾਲਿਆਂ ਦਾ ਵੀ ਪੂਰਾ ਪਿੰਡ ਆਵੇ, ਲੜਕੀ ਵਾਲਿਆਂ ਦਾ ਵੀ ਪੂਰਾ ਪਿੰਡ ਆਵੇ, ਕਿ ਇੱਕ ਐਗਜ਼ਾਮਪਲ ਸੈੱਟ ਕਰਨੀ ਹੈ। ਤੇ ਜੇ ਦੇਖਣਗੇ ਨਹੀਂ ਤੇ ਉਹਨਾਂ ਨੂੰ ਸਮਝ ਕਿੱਦਾਂ ਆਏਗੀ, ਤੇ ਉਹਦੇ ਕਰਕੇ ਅਸੀਂ ਕਹਿੰਦੇ ਖੁੱਲਾ ਸੱਦਾ, ਸਾਰੇ ਆਓ। ਖਰਚ ਵੀ ਫਿਰ ਕੋਈ ਕੁੜੀਆਂ ਵਾਲਿਆਂ ਤੋਂ ਨਹੀਂ ਲੱਗਦਾ ਜੀ, ਮੁੰਡੇ ਵਾਲਿਆਂ ਤੋਂ ਕੋਈ ਖਰਚ ਨਹੀਂ ਲੱਗਦਾ? ਜਿੱਥੇ ਹੋਵੇ ਕਿ ਕੋਈ ਲੋੜਵੰਦ ਪਰਿਵਾਰ ਦੀ ਲੜਕੀ ਹੈ, ਉਹਦਾ ਸਾਰਾ ਜਿਹੜਾ ਖਰਚਾ ਉਹ ਸੰਸਥਾ ਵੱਲੋਂ ਚੱਕਿਆ ਜਾਂਦਾ ਜੀ, ਕਿਉਂਕਿ ਇਹਦਾ ਤਕਰੀਬਨ 1 ਲੱਖ ਦੇ ਵਿੱਚ ਸਾਰੇ ਕੱਪੜੇ ਤੋਂ ਲੈ ਕੇ ਲੰਗਰ ਪਾਣੀ ਲੈ ਕੇ, ਕਿਉਂਕਿ ਜਿਹੜੇ 4-5 ਸੂਟ ਲੜਕੀ ਦੇ ਹੁੰਦੇ ਆ, ਚਲੋ ਵਿਆਹ ਤੋਂ ਬਾਅਦ ਫਿਰ ਵੀ ਕਿਤੇ ਨਾ ਕਿਤੇ ਤਾਂ ਹੁੰਦਾ ਕਿ ਅਸੀਂ ਥੋੜਾ ਬਹੁਤਾ ਕਰੀਏ, ਤੇ ਉਹ ਸੂਟ ਅਸੀਂ 4-5 ਜਿਹੜੇ ਸੂਟ ਨੇ, ਤੇ ਨਾਲ ਲੰਗਰ ਪਾਣੀ ਹੋ ਗਿਆ, ਚਾਹ ਪਾਣੀ ਹੋ ਗਿਆ, ਚਾਹ ਪਕੌੜੇ ਹੋ ਗਏ। ਸੋ ਇਹ ਜਿਹੜਾ ਖਰਚਾ ਹੈਗਾ ਇਹ ਸੰਸਥਾ ਵੱਲੋਂ ਕੀਤਾ ਜਾਂਦਾ ਹੈ। ਜਿੱਥੇ ਕੋਈ ਪਰਿਵਾਰ ਲੱਗਦਾ ਕਿ ਇਹ ਨਹੀਂ ਅਫੋਰਡ ਕਰ ਪਾ ਰਹੇ, ਉਹਨਾਂ ਨੂੰ ਸਪੋਰਟ ਕੀਤੀ ਜਾਂਦੀ ਹੈ। ਅੱਛਾ ਭੈਣੇ, ਇੰਨੇ ਕੁ ਦਿਨਾਂ 'ਚ ਤਾਂ ਸੂਟ ਵੀ ਨਹੀਂ ਸਵਾਏ ਗਏ ਹੁਣ ਜਿੰਨੇ ਕੁ ਸਵਾਉਣੇ ਚਾਹੀਦੇ? ਨਹੀਂ ਬਿਲਕੁਲ ਜੀ, 2-4 ਤਾਂ ਚਲੋ ਸਟਿਚ ਕਰਵਾ ਲਏ ਸੀਗੇ, ਇੰਨੀ ਜਲਦੀ ਦੇ ਵਿੱਚ ਹੋਇਆ ਵਾ, ਤੇ ਜ਼ਿਆਦਾ ਦੀ ਖੁਆਇਸ਼ ਨਹੀਂ ਸੀਗੀ। ਜਿੰਨਾ ਇਹ ਗੱਲ ਸੁਣਨਾ ਚਾਹੁੰਦਾ ਸੀ, ਹਾਂਜੀ, ਖੁਆਇਸ਼ ਵੀ ਜਦੋਂ ਫਿਰ ਗੁਰੂ ਵਾਲੀ ਗੱਲ ਆ ਗਈ, ਫਿਰ ਉੱਥੇ ਖੁਆਇਸ਼ਾਂ ਮਰ ਜਾਂਦੀਆਂ। ਜਿੰਨਾ ਮਿਲਿਆ ਬਹੁਤ ਮਿਲਿਆ ਸਾਨੂੰ, ਗੁਰਬਾਣੀ ਮਿਲ ਗਈ ਸਾਨੂੰ, ਸਭ ਕੁਝ ਮਿਲ ਗਿਆ, ਹੋਰ ਕੁਝ ਚਾਹੀਦਾ ਹੀ ਉਸ ਉੱਤੇ ਤਾਂ ਫਿਰ ਗਹਿਣਾ ਵੀ ਕੋਈ? ਹਾਂਜੀ, ਕੋਈ ਨਹੀਂ ਚਾਹੀਦਾ ਸੀ। ਅੱਛਾ ਬਾਈ ਜੀ, ਬਚਪਨ ਤੋਂ ਹੀ ਸਿੱਖੀ ਸਰੂਪ ਦੇ ਵਿੱਚ ਉਹ ਇਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਨੂੰ ਦੇ ਫਲਸਫੇ ਤੇ ਚੱਲਦੇ ਹੋ? ਨਹੀਂ, ਬਚਪਨ ਤੋਂ ਨਹੀਂ, 2 ਸਾਲਾਂ ਤੋਂ ਹੋ ਗਏ ਅੰਕਲ ਜੀ ਦੇ ਮਤਲਬ ਇਸ ਸੰਸਥਾ 'ਚ ਸੇਵਾ ਕਰਦਿਆਂ ਨੂੰ। ਤੇ ਪਹਿਲਾਂ ਤਾਂ ਮੇਰੇ ਬਾਲ ਵੀ ਕਟਿੰਗ ਕੀਤੇ ਹੋਏ ਸੀਗੇ 2 ਸਾਲਾਂ ਤੋਂ ਪਹਿਲਾਂ, ਤੇ ਪਹਿਲਾਂ ਵੀਰ ਜੀ ਸੰਸਥਾ 'ਚ ਲੱਗੇ ਹੋਏ ਸੀਗੇ, ਤੇ ਉਹਨਾਂ ਨੇ ਫਿਰ ਹੌਲੀ ਅੰਕਲ ਜੀ ਨੂੰ ਦੱਸਿਆ ਮੇਰੇ ਬਾਰੇ, ਤੇ ਅੰਕਲ ਜੀ ਨੇ ਫਿਰ ਫੋਨ ਕੀਤਾ ਵੀ ਬੇਟਾ ਬਈ ਆਪਾਂ ਨੂੰ ਮਤਲਬ ਕੇਸ ਰੱਖਣੇ ਚਾਹੀਦੇ ਆ, ਤੇ ਜਿਵੇਂ ਵੀਡੀਓਜ਼ ਵਗੈਰਾ ਭੇਜਣ ਲੱਗੇ ਅੰਕਲ ਜੀ, ਤੇ ਸਹਿਜ ਪਾਠ ਦੇ ਨਾਲ ਜੋੜੇ ਅੰਕਲ ਜੀ ਨੇ, ਠੀਕ ਹੈ ਜੀ, ਅਰਥਾਂ ਸਮੇਤ ਕਰਨ ਨੂੰ ਕਿਹਾ। ਤੈਨੂੰ ਬਈ ਉਹ ਨਹੀਂ ਕਰਦਾ ਬਈ ਤੂੰ ਰੱਖ, ਪਹਿਲਾਂ ਤੂੰ ਐਂ ਨਾਲ ਗੁਰਬਾਣੀ ਨਾਲ ਹੌਲੀ ਜੋੜ, ਤੇ ਹੌਲੀ ਫਿਰ ਮੈਂ ਅੰਮ੍ਰਿਤ ਵੀ ਛਕ ਲਿਆ ਤੇ ਕੇਸ ਵੀ ਰੱਖ ਲਏ। ਅੱਛਾ, ਕੋਈ ਦਿਨ ਇਦਾਂ ਦਾ ਆਇਆ ਹੋਊਗਾ ਜਦੋਂ ਲਗਾਤਾਰ ਇੱਕ ਚੀਜ਼ ਨੂੰ ਸੁਣ ਰਹੇ ਆ, ਉਹਦਾ ਪ੍ਰਭਾਵ ਵੱਧਦਾ ਜਾ ਰਿਹਾ, ਪਰ ਇੱਕ ਦਿਨ ਫਿਰ ਫਾਈਨਲ ਟੱਚ ਆ ਗਿਆ ਵੀ ਹਾਂ ਯਾਰ ਹੁਣ ਨਹੀਂ, ਹੁਣ ਇਹੀ ਰਾਸ ਅਗਲਾ? ਹਾਂਜੀ, ਗੁਰਬਾਣੀ ਨਾਲ ਜੋ ਪੜ੍ਹਿਆ, ਆਪਣੇ ਸਾਖੀਆਂ ਵਗੈਰਾ ਸੁਣੀਆਂ, ਠੀਕ ਹੈ, ਫਿਰ ਮੇਰਾ ਮਨ ਬਣ ਗਿਆ ਬਈ। ਉਹ ਯਾਦ ਹੈ ਜਿਸ ਦਿਨ ਵੀ ਕਰ ਲਿਆ ਪ੍ਰਣ ਕਰ ਲਿਆ, ਫਿਰ ਫੋਨ ਕੀਤਾ ਹੋਊਗਾ ਅੰਕਲ ਹੋਰਾਂ ਨੂੰ ਵੀ ਨਹੀਂ ਜੀ ਮੈਂ ਤਿਆਰ ਹਾਂ? ਕਿਵੇਂ ਕਹਿ ਰਹੇ? ਮਤਲਬ ਜਿਸ ਦਿਨ ਕਿਹਾ ਵੀ ਮਨ ਬਣਾ ਲਿਆ ਵੀ ਅੱਜ ਪੱਕਾ ਮਨ ਹੋ ਗਿਆ ਯਾਰ, ਅੱਜ ਤੋਂ ਜ਼ਿੰਦਗੀ ਅਗਲੀ ਇੱਕ ਨਵਾਂ ਜਨਮ ਲੈਣਾ ਗੁਰੂ ਵਾਲੇ ਪਾਸੇ ਦਾ, ਤਾਂ ਉਹ ਯਾਦ ਆ ਪਲ ਉਹ ਜਿਹੜਾ ਜਦੋਂ ਫੋਨ ਕੀਤਾ ਹੋਊਗਾ?
ਚਲੋ ਕਈ ਵਾਰ ਬੰਦੇ ਨੂੰ ਸਕਿਪ ਹੋ ਜਾਂਦਾ। ਬੜੀ ਖੁਸ਼ੀ ਹੋਈ ਹੈ ਗੱਲਬਾਤ ਕਰਕੇ। ਔਰ ਮੈਸੇਜ ਕੀ ਦੇਣਾ ਚਾਹੁੰਦੇ ਹੋ ਤੁਸੀਂ? ਤੁਹਾਡੇ ਵੱਲ ਬਹੁਤ ਸਾਰੇ ਦੇਖ ਰਹੇ ਹੋਣਗੇ, ਅੱਜ ਕੱਲ੍ਹ ਤਾਂ ਸੀਜ਼ਨ ਵੀ ਵਿਆਹਾਂ ਦਾ ਚੱਲ ਰਿਹਾ, ਤਾਂ ਇੱਕ ਮੈਸੇਜ ਜ਼ਰੂਰ ਦਿਓ ਤੁਸੀਂ ਦੋਨੋਂ। ਮੈਸੇਜ ਇਹ ਆ ਕਿ ਆਪਾਂ ਨੂੰ ਸਿੰਪਲੀ ਮੈਰਿਜ ਕਰਾਉਣੀ ਚਾਹੀਦੀ ਆ। ਜਿਵੇਂ ਅੱਜ ਕੱਲ੍ਹ ਕਰਜ਼ੇ 'ਚ ਵੀ ਬਹੁਤ ਫਸ ਜਾਂਦੇ ਆ, ਠੀਕ ਹੈ ਜੀ। ਸਿੰਪਲੀ ਗੁਰਮਤ ਮਰਿਆਦਾ ਅਨੁਸਾਰ ਜਿਵੇਂ ਆਪਣਾ ਚੱਲਦਾ ਨਾ ਪਿੱਛੇ ਔਕਣੀ ਮਤਲਬ ਕਰਨੀ ਚਾਹੀਦੀ ਆ। ਸਾਰਿਆਂ ਨੂੰ ਇਹ ਮੈਸੇਜ ਆ। ਭੈਣ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਧੀਆਂ ਨੂੰ ਕਈ ਵਾਰ ਵਿਆਹੁਣ ਦੇ ਦੁੱਖੋਂ ਕਹਿ ਲਈਏ, ਪੜ੍ਹਾਉਣ ਦੇ ਦੁੱਖੋਂ ਕਹਿ ਲਈਏ, ਜਾਂ ਜਿਹੜੇ ਲਾਲਚ ਦੀ ਜਿਹੜੇ ਦਾਜ ਦੇ ਲੋਭੀ ਨੇ ਉਹਨਾਂ ਦੇ ਵੱਲੋਂ ਇਦਾਂ ਦੀਆਂ ਤਸਵੀਰਾਂ ਪੇਸ਼ ਕਰ ਦਿੱਤੀਆਂ ਗਈਆਂ। ਅੱਜ ਲੋਕ ਧੀ ਜੰਮਣ ਤੋਂ ਡਰਦੇ ਨੇ। ਜਿਸ ਤਰੀਕੇ ਦੇ ਹਾਲਾਤ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਜ਼ਿੰਦਗੀ ਕਿਵੇਂ ਤੁਹਾਨੂੰ ਇੱਕ ਨਵੇਂ ਮੋੜ ਤੇ ਲੈ ਆਈ? ਅੱਜ ਮਾਲਕ ਨੇ ਸਭ ਕੁਝ ਦਿੱਤਾ ਹੈ, ਗੁਰੂ ਵਾਲੇ ਬਣੇ ਹੋ, ਸਾਰਾ ਕੁਝ ਮਿਲਿਆ। ਕੁਝ ਕਹਿਣਾ ਚਾਹੁੰਦੇ ਹੋ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ? ਹਾਂਜੀ ਬਿਲਕੁਲ, ਸਾਨੂੰ ਤਾਂ ਚੰਗਾ ਹੀ ਲੱਗਿਆ ਜੋ ਹੋਇਆ ਸਾਡੇ ਨਾਲ, ਵੀ ਬਸ ਸਾਰੇ ਗੁਰਬਾਣੀ ਨਾਲ ਹੀ ਜੁੜਨ, ਅਸੀਂ ਤਾਂ ਇਦਾਂ ਹੀ ਕਹਾਂਗੇ। ਤੇ ਬਾਕੀ ਜੌਬ ਦੋਨੋਂ ਇਕੱਠੇ ਕਰਦੇ ਹੁਣ ਜਾਂ ਅਲੱਗ-ਅਲੱਗ ਕਰਦੇ? ਨਹੀਂ, ਹਲੇ ਤਾਂ ਨਹੀਂ ਕਰ ਰਹੇ ਜੋਬ। ਤੁਸੀਂ ਕਰਦੇ ਹੋ? ਹਾਂਜੀ, ਮੈਂ ਇੱਥੇ ਹੀ ਸੰਸਥਾ 'ਚ ਹੀ ਸੇਵਾ ਕਰਦਾ ਜੀ। ਹਾਂਜੀ ਭੈਣ ਜੀ ਕੁਝ ਕਹਿਣਾ ਚਾਹੁੰਦੇ ਹੋ? ਅੱਜ ਵੀ ਲੋਕ, ਜਿਵੇਂ ਭੈਣ ਜੀ ਨੇ ਮੈਂ ਗੱਲ ਕੀਤੀ ਵੀ ਅੱਜ ਵੀ ਲੋਕ ਡਰਦੇ ਨੇ, ਕਿਉਂਕਿ ਤਸਵੀਰਾਂ ਉੱਦਾਂ ਦੀਆਂ ਪੇਸ਼ ਕਰ ਦਿੱਤੀਆਂ। ਕਿਸੇ ਨੂੰ ਅੱਗ ਦੇ ਭੇਂਟ ਚਾੜ ਦਿੱਤਾ ਗਿਆ, ਕਿਸੇ ਨੂੰ ਘਰੇ ਫਾਹਾ ਦੇ ਕੇ ਮਾਰ ਦਿੱਤਾ, ਕਿਸੇ ਨੂੰ ਜ਼ਹਿਰ ਪਿਆ ਦਿੱਤਾ ਗਿਆ। ਤਾਂ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਉਹਨਾਂ ਨੂੰ? ਮੈਂ ਜ਼ਰੂਰ ਕਹਿਣਾ ਚਾਹਾਂਗੀ, ਕਿਉਂਕਿ ਅੱਜ ਨਾ ਸਾਡੇ ਸਮਾਜ ਦੀ ਇੱਕ ਤਰਾਸਦੀ ਬਣ ਗਈ ਹੈ। ਚਾਹੇ ਉਹ ਜੇ ਅਸੀਂ ਗੱਲ ਕਰੀਏ ਭਾਵੇਂ ਦਾਜ ਦਹੇਜ ਦੀ ਹੈ, ਭਾਵੇਂ ਕੋਈ ਵੀ ਕਾਰਨ ਹੈ, ਅੱਜ ਕੱਲ੍ਹ ਡਿਵੋਰਸ ਕੇਸਿਸ ਬਹੁਤ ਵੱਧ ਗਏ ਨੇ। ਅਸੀਂ ਇੱਕ ਸਭ ਨੂੰ ਇੱਕ ਗੱਲ ਕਹਿਣਾ ਚਾਹਾਂਗੇ ਕਿ ਵਿਆਹ ਜਿਹੜਾ ਨਾ, ਵਿਆਹ ਦਾ ਇੱਕ ਵਿਰੋਧੀ ਸ਼ਬਦ ਹੈ ਤਲਾਕ। ਮੈਰਿਜ ਦਾ ਜਿਹੜਾ ਓਪੋਜ਼ਿਟ ਵਰਡ ਹੈ ਡਾਈਵੋਰਸ। ਪਰ ਗੁਰੂ ਸਾਹਿਬ ਨੇ ਦਿੱਤਾ ਆਨੰਦ ਕਾਰਜ, ਜਿਹਦਾ ਦੁਨੀਆ 'ਚ ਕੋਈ ਜਿਹੜਾ ਹੈਗਾ ਓਪੋਜ਼ਿਟ ਵਰਡ ਹੀ ਨਹੀਂ ਹੈਗਾ। ਸੋ ਆਨੰਦ ਕਾਰਜ ਦਾ ਮਤਲਬ ਹੈ ਕਿ ਜਦੋਂ ਆਨੰਦ ਨਾਲ ਇਸ ਨਵੇਂ ਜੀਵਨ ਦੀ ਸ਼ੁਰੂਆਤ ਹੋਵੇ, ਤੇ ਉਹ ਹੁੰਦੀ ਹੈ 4 ਲਾਵਾਂ ਦੇ ਨਾਲ, ਜਿਹੜੀ ਗੁਰੂ ਰਾਮਦਾਸ ਜੀ ਨੇ ਦਿੱਤੀਆਂ। ਤੇ ਅੱਜ ਕੱਲ੍ਹ ਅਸੀਂ ਜੋ ਵਿਆਹਾਂ ਵਿੱਚ ਦੇਖਦੇ ਹਾਂ ਕਿ ਉਹ 4 ਲਾਵਾਂ ਵੇਲੇ ਤਾਂ ਹੁੰਦੇ ਹੀ ਨਹੀਂ ਲੋਕ, ਸਾਰੇ ਤਾਂ ਖਾਣ ਪੀਣ 'ਚ ਮਸਤ ਹੈ। ਦਾ ਮਤਲਬ ਅਸੀਂ ਉਹਨਾਂ ਨੂੰ ਖਾਣ ਪੀਣ ਨਹੀਂ ਬੁਲਾਇਆ, ਵਿਆਹ ਤੇ ਤਾਂ ਬੁਲਾਇਆ ਹੀ ਨਹੀਂ ਹੈ। ਤੇ ਅਸਲ ਵਿਆਹ ਤਾਂ ਉਹੀ ਹੈ ਜਦੋਂ ਅਸੀਂ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਉਹ ਲਾਵਾਂ ਲੈ ਰਹੇ ਹਾਂ। ਉਸ ਲਾਵਾਂ, ਉਹ 4 ਲਾਵਾਂ ਦੇ ਵਿੱਚ ਪੂਰੀ ਜ਼ਿੰਦਗੀ ਜੀਣ ਦਾ ਫਲਸਫਾ ਦੱਸਿਆ ਹੋਇਆ। ਜੇ ਅਸੀਂ ਉਹਨੂੰ ਸਮਝੀਏ ਤੇ ਜਦੋਂ ਸਮਝ ਲੈਂਦੇ ਹਾਂ ਨਾ, ਤੇ ਜ਼ਿੰਦਗੀ ਵਿੱਚ ਤਲਾਕ ਵਰਗੀ ਜਾਂ ਦਾਜ ਦਹੇਜ ਦੇ ਲੋਭੀਆਂ ਵਾਸਤੇ ਕੋਈ ਜਗ੍ਹਾ ਹੀ ਨਹੀਂ ਰਹਿ ਜਾਂਦੀ। ਅੱਛਾ, ਇੱਕ ਤੁਹਾਡੇ ਤੋਂ ਮੈਂ ਸਵਾਲ ਪੁੱਛ ਲੈਣਾ। ਮੈਂ ਤਾਂ ਪੁੱਛ ਰਿਹਾ ਵੀ ਬਹੁਤ ਸਾਰੀ ਸੰਗਤ ਨੇ ਇੱਦਾਂ ਦੇ ਸਵਾਲ ਕਈ ਵਾਰ ਕਮੈਂਟਾਂ ਦੇ ਵਿੱਚ ਆ ਜਾਂਦੇ ਨੇ, ਘੋੜੀ ਚੜਾਉਣ ਦੀ ਰਸਮ ਜਾਂ ਜਿਸ ਦਿਨ ਦੀਆਂ ਵੀ ਰਸਮਾਂ ਹੁੰਦੀਆਂ, ਸ਼ਗਨ ਪਾਉਣ ਦੀ, ਕੁਝ ਕਰਦੇ ਹੋ? ਅਸੀਂ ਕਹਿੰਦੇ ਜਿੱਦਾਂ ਗੁਰੂ ਸਾਹਿਬ ਜੀ ਨੇ ਕਹਿਣਾ, ਇੱਕ ਪਹਿਲਾਂ ਕੁੜਮਾਈ ਮਤਲਬ ਵੀ ਅਰਦਾਸ ਹੋਣੀ ਕਿ ਹਾਂਜੀ ਮਤਲਬ ਕਿ ਆਪਸੀ ਜਿੱਦਾਂ 2 ਪਰਿਵਾਰ ਮਿਲ ਰਹੇ ਨੇ, ਤੇ ਇੱਕ ਆਨੰਦ ਕਾਰਜ। ਇਹ 2 ਹੀ ਰਸਮਾਂ ਹੁੰਦੀਆਂ ਨੇ, ਔਰ ਇਹ ਗੁਰੂ ਸਾਹਿਬ ਨੇ ਸਾਨੂੰ ਇਹ 2 ਰਸਮਾਂ ਦਿੱਤੀਆਂ ਨੇ। ਵਾਧੂ ਰਸਮਾਂ ਤਾਂ ਦੇਖੋ ਭਾਵੇਂ ਅਸੀਂ 100 ਦਿਨ ਵਿਆਹ ਦੇ ਕਰ ਲਈਏ ਤੇ ਤਾਂ ਵੀ ਨਹੀਂ ਮੁੱਕਣੇ, ਤੇ ਜਿੰਨਾ ਮਰਜ਼ੀ ਪੈਸਾ ਵਹਾਈ ਜਾਓ। ਪਰ ਅਸਲ ਦੇ ਵਿੱਚ ਦੇਖੋ ਮਿਲਣਾ ਤਾਂ 2 ਪਰਿਵਾਰਾਂ ਨੇ ਹੈ ਨਾ। ਤੇ ਫਿਰ ਭਾਵੇਂ ਅਸੀਂ ਜਿੰਨੇ ਮਰਜ਼ੀ ਫੰਕਸ਼ਨ ਕਰਕੇ ਮਿਲੀਏ, ਤੇ ਜਿੰਨੇ ਸਾਦੇਪਨ 'ਚ ਰਵਾਂਗੇ ਨਾ, ਉਨੀ ਖੁਸ਼ੀਆਂ ਵੱਧ ਆਉਣਗੀਆਂ। ਕੋਈ ਘੋੜੀ ਨਹੀਂ ਚੜਨ ਵਾਲਾ, ਕੋਈ ਬੈਂਡ ਬਾਜਾ ਨਹੀਂ, ਕੋਈ ਡੀਜੇ ਨਹੀਂ, ਕੋਈ ਕੁਛ ਨਹੀਂ। ਕੋਈ ਕੁਛ ਨਹੀਂ ਜੀ। ਤੇ ਮੈਂ ਚੀਜ਼ਾਂ ਤਾਂ ਪੁੱਛ ਰਿਹਾ ਵੀ ਕੱਲੀ ਚੀਜ਼ ਵਾਕਿਆ ਪਤਾ ਲੱਗੇ ਵੀ ਕਈ ਵਾਰ ਤਾਂ ਤਾਮਝਾਮ ਇੱਕ ਪਾਸੇ ਕਰ ਲਿਆ ਜਾਂਦਾ, ਅੱਗੇ ਪੇਸ਼ ਕਰਨ ਨੂੰ ਕਰ ਦਿੰਦੇ ਥੋੜਾ ਬਹੁਤ, ਹੈ ਨਾ। ਉਹ ਚੀਜ਼ਾਂ ਮੈਂ ਤਾਂ ਕਲੀਅਰ ਕਰ ਰਿਹਾ ਵੀ ਅਸਲ ਦੇ ਵਿੱਚ ਸੱਚਾਈ ਪਤਾ ਲੱਗੇ ਵੀ ਹੋਇਆ ਕਿਵੇਂ ਹੈ ਸਾਰਾ। ਬਿਲਕੁਲ ਜੀ, ਮੈਂ ਆਪਣੇ ਆਨੰਦ ਕਾਰਜ ਦਾ ਵੀ ਦੱਸਣਾ ਚਾਹਾਂਗੀ ਕਿ ਮੇਰਾ ਜਦੋਂ ਹੋਇਆ ਸੀ, ਉਦੋਂ ਤਾਂ ਮਤਲਬ ਇੰਨਾ ਜ਼ਿਆਦਾ ਟ੍ਰੈਂਡ ਨਹੀਂ ਸੀ ਹੈਗਾ ਨਾ, ਸਿੰਪਲ ਦਾ। ਤੇ ਅੰਮ੍ਰਿਤ ਵੇਲੇ ਹੋਇਆ ਸੀ, ਜਿਹਦੇ ਵਿੱਚ ਸਾਨੂੰ ਮਤਲਬ ਸਾਰੇ ਕਹਿੰਦੇ ਸੀ ਕਿ ਕੌਣ ਆਏਗਾ ਸਵੇਰੇ। ਤੇ ਸਵੇਰੇ 1000 ਬੰਦਾ, ਕਿਉਂਕਿ ਖੁੱਲਾ ਸੱਦਾ ਦਿੱਤਾ ਸੀ ਵੀ ਸਾਰੇ ਆ ਕੇ ਕਰਨ, ਤੇ 1000 ਜਿਹੜੀ ਸੰਗਤ ਸੀ ਉਹ ਉੱਥੇ ਆਏ ਸਨ। ਸਭ ਨੇ ਅਸੀਸਾਂ ਦਿੱਤੀਆਂ ਉੱਥੇ ਸੰਗਤ ਦੇ ਵਿੱਚ ਬੈਠ ਕੇ। ਤੇ ਉਹਦੇ ਵਿੱਚ ਜਿਹੜੀ ਖਾਸ ਗੱਲ ਸੀ ਕਿ ਈਵਨ ਬਰਤਨਾਂ ਦੀ ਸੇਵਾ ਤੱਕ ਪਰਿਵਾਰ ਨੇ ਆਪ ਕੀਤੀ, ਸਾਰੇ ਰਿਸ਼ਤੇਦਾਰਾਂ ਨੇ ਮਿਲ ਕੇ ਕੀਤੀ। ਸੋ ਇਹ ਜਿਹੜੀ ਐਗਜ਼ਾਮਪਲਸ ਹੈਗੀਆਂ ਨੇ ਅੱਜ ਕੱਲ੍ਹ ਬਹੁਤ ਹੋ ਰਹੀਆਂ ਨੇ। ਅਸੀਂ ਐਗਜ਼ਾਮਪਲ ਹੀ ਦੇਖਣਾ ਚਾਹੁੰਦੇ ਹਾਂ ਤੇ ਦੁਨੀਆ ਵੱਲ ਨਿਗਾਹ ਮਾਰੀਏ, ਅਸੀਂ ਜੇ ਨੈਗੇਟਿਵ ਵਾਲੇ ਪਾਸੇ ਐਗਜ਼ਾਮਪਲਸ ਲੈ ਕੇ ਅੱਗੇ ਵਧਿਆ ਤਾਂ ਪੋਜ਼ਿਟਿਵ ਵਾਲੀ ਐਗਜ਼ਾਮਪਲਸ ਲੈ ਕੇ ਵੀ ਆਪਾਂ ਅੱਗੇ ਵੱਧ ਸਕਦੇ ਹਾਂ, ਕਿਉਂਕਿ ਐਗਜ਼ਾਮਪਲ ਸੈੱਟ ਕਰਨੀਆਂ ਵੀ ਅਸੀਂ ਨੇ। ਸੋ ਜਿਹੜੇ ਵੀ ਇਹ ਦੇਖ ਰਹੇ ਨੇ, ਅਸੀਂ ਆਪ ਇੱਕ ਝੰਡਾ ਚੱਕ ਕੇ ਅੱਗੇ ਚੱਲਾਂਗੇ ਤਾਂ ਦੁਨੀਆ ਆਪੇ ਪਿੱਛੇ ਚੱਲੇਗੀ ਜੀ। ਉਹ ਕਹਿੰਦੇ ਨੇ ਵੀ ਭਗਤ ਸਿੰਘ ਬਣੇ ਤੇ ਸਾਰੇ, ਪਰ ਸਾਡੇ ਘਰ ਨਾ ਕਿਸੇ ਤੋਂ। ਇਹ ਆਪਣੇ ਘਰ ਤੋਂ ਜਦੋਂ ਸ਼ੁਰੂ ਕਰਾਂਗੇ ਤੇ ਫਿਰ ਕੋਈ ਤਬਦੀਲੀ ਆ ਸਕਦੀ। ਬਿਲਕੁਲ ਜੀ, ਬਿਲਕੁਲ। ਬਾਈ ਜੀ, ਜ਼ਿੰਦਗੀ ਦੇ ਵਿੱਚ ਖੁਸ਼ ਹੋ? ਤਬਦੀਲੀ ਜਿਹੜੀ ਜ਼ਿੰਦਗੀ ਦੇ ਵਿੱਚ ਆਈ, ਆਨੰਦ ਮਾਣ ਰਹੇ ਹੋ? ਦੋਨੋਂ ਤੋਂ ਛੋਟਾ ਜਿਹਾ ਜਵਾਬ ਲਵਾਂਗਾ ਭੈਣ ਜੀ ਤੁਹਾਡੇ ਤੋਂ। ਹਾਂਜੀ ਬਿਲਕੁਲ, ਫੇਸਿਸ ਤੋਂ ਹੀ ਪਤਾ ਲੱਗ ਰਿਹਾ ਹੋਣਾ। ਤੇ ਸਾਡੀ ਚਿਹਰੇ ਦੀ ਮੁਸਕਰਾਹਟ ਤੋਂ ਹੀ ਦੇਖ ਲਓ। ਮੈਂ ਵੀਰੇ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗਾ, ਕਿਉਂਕਿ ਆਪਾਂ ਇੰਨਾ ਪੈਸਾ ਲਾ ਦਿੰਦੇ ਵਿਆਹਾਂ 'ਤੇ, ਹੈ ਨਾ। ਅਤੇ ਤੁਹਾਨੂੰ ਪਤਾ ਵੀ ਕਿੰਨਾ ਖਰਚਾ ਕਰਦੇ ਅੱਜ ਕੱਲ੍ਹ, ਸੀਜ਼ਨ ਚੱਲ ਰਿਹਾ ਵਿਆਹਾਂ ਦਾ, ਲੱਖਾਂ ਦੀਆਂ ਗੱਡੀਆਂ, ਹੈ ਨਾ, ਲੱਖਾਂ ਦੇ ਵਿਆਹ, ਫਿਰ ਉਸ ਤੋਂ ਬਾਅਦ ਆ ਕੇ ਪਾਰਟੀਆਂ। ਉਹਦੇ ਨਾਲ ਆਪਾਂ ਕਿਸੇ ਬੱਚੇ ਦੀ ਬਾਂਹ ਫੜ ਲਈਏ, ਹੈ ਨਾ, ਕਿਸੇ ਬੱਚੇ ਨੂੰ ਐਜੂਕੇਸ਼ਨ ਪ੍ਰੋਵਾਈਡ ਕਰ ਦਈਏ ਆਪਾਂ, ਕਿਸੇ ਜਿਹੜੇ ਪੂਅਰਸ ਨੇ, ਜਿਹੜੇ ਤੁਹਾਨੂੰ ਪਤਾ ਵੀ ਮਹੱਲੇ ਵਗੈਰਾ 'ਚ ਨਾ ਬੱਚੇ ਲਿਆ ਲਾਈਟਸ 'ਤੇ ਖੜ੍ਹਦੇ ਨੇ, ਉਹਨਾਂ ਵਾਸਤੇ ਕੋਈ ਨਾ ਕੋਈ ਚੀਜ਼ ਕਰ ਦਈਏ। ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗਾ ਵੀਰੇ ਵੀ ਸਿੰਪਲ ਲਿਵਿੰਗ, ਹਾਈ ਥਿੰਕਿੰਗ। ਬਿਲਕੁਲ ਸਿੰਪਲ ਲਿਵਿੰਗ ਤੇ ਹਾਈ ਥਿੰਕਿੰਗ, ਇਹੀ ਇੱਕ ਤਜਰਬਾ ਕਹਿ ਲਈਏ ਜ਼ਿੰਦਗੀ ਦਾ।
ਤੁਹਾਡੇ ਨਾਲ ਸਾਂਝਾ ਕੀਤਾ ਤਾਂ ਪੰਜਾਬ ਦਾ ਮੈਨੂੰ ਲੱਗਦਾ ਸਭ ਤੋਂ ਵਿਲੱਖਣ ਵਿਆਹ ਹੋਊਗਾ, ਸਭ ਤੋਂ ਅਨੋਖਾ ਵਿਆਹ ਹੋਊਗਾ ਜਿਹਦੇ ਵਿੱਚ ਕੋਈ ਰੀਤੀ ਰਿਵਾਜ ਨਹੀਂ ਹੋਇਆ, ਜਿਹਦੇ ਵਿੱਚ ਨਾ ਤਾਂ ਮੁੰਡਾ ਘੋੜੀ ਚੜਿਆ, ਨਾ ਕੋਈ ਬੈਂਡ ਬਾਜਾ ਵੱਜਾ ਤੇ ਨਾ ਹੀ ਕਿਸੇ ਡੀਜੇ ਵਾਲੇ ਨੂੰ ਕੋਈ ਪੈਸਾ ਸੱਟਿਆ ਨਾ ਦਿੱਤਾ। ਇੱਥੋਂ ਤੱਕ ਕਿ ਨਾ ਤਾਂ ਮਹਿੰਗੀਆਂ ਗੱਡੀਆਂ ਦੇ ਵਿੱਚ ਬਰਾਤਾਂ ਗਈਆਂ, ਨਾ ਕੋਈ ਖਾਣ ਪੀਣ ਵਾਲਾ ਕੋਈ ਤਾਮਝਾਮ ਵਾਲਾ ਸਮਾਨ ਸੀਗਾ ਤਾਂ ਸਿਰਫ ਗੁਰੂ ਦੀ ਗੁਰਬਾਣੀ ਸੀ, ਗੁਰੂ ਦਾ ਨਾਮ ਜਪਿਆ ਗਿਆ, ਗੁਰੂ ਦੇ ਅੱਗੇ ਅਰਦਾਸ ਕਰਕੇ ਊਠ ਤੇ ਆਸਰਾ ਲੈ ਕੇ ਆਨੰਦ ਕਾਰਜ ਕੀਤੇ ਗਏ ਤੇ ਦਾਜ ਦੀ ਜਗ੍ਹਾ ਦੇ ਵਿੱਚ ਆਪਸੀ ਪਿਆਰ ਨੂੰ ਵਧਾਉਣ ਦੇ ਲਈ ਗੁਰੂ ਦੇ ਵੱਲੋਂ ਬਖਸ਼ਿਸ਼ ਗੁਰਬਾਣੀ ਦੀ ਦਾਤ ਦੋਨਾਂ ਮੁੰਡੇ ਕੁੜੀ ਨੂੰ ਦੋਨਾਂ ਨੂੰ ਭੇਂਟ ਕੀਤੀ ਗਈ। ਤਾਂ ਆਪਣੇ ਆਪ ਦੇ ਵਿੱਚ ਇਸ ਵਿਲੱਖਣ ਵਿਆਹ ਦੇ ਖੂਬ ਚਰਚੇ ਹੋ ਰਹੇ ਨੇ, ਇੱਕ ਚੰਗਾ ਮੈਸੇਜ ਵੀ ਹੈ। ਜੇਕਰ ਇਸ ਨੂੰ ਚੰਗੀ ਤਰੀਕੇ ਦੇ ਨਾਲ ਸਮਝੀਏ, ਆਪਣੇ ਜੀਵਨ ਦੇ ਵਿੱਚ ਅਪਣਾਈਏ ਤਾਂ ਸਾਰਿਆਂ ਦੀ ਜ਼ਿੰਦਗੀ ਤੇ ਸੋਚ ਇੱਕ ਦਿਨ ਜ਼ਰੂਰ ਬਦਲੇਗੀ। ਕੈਮਰਾਮੈਨ ਨਰੇਸ਼ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਲੁਧਿਆਣਾ।